हाँ जी, सत श्री अकाल। ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ 'ਤੇ। ਜਿੱਦਾਂ ਅਸੀਂ ਪੰਜਾਬੀ ਪ੍ਰਦੇਸਾਂ 'ਚ ਗਏ, ਅਸੀਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਨਾਲ ਲੈ ਕੇ ਗਏ, ਪਰ ਉਹਨਾਂ ਵਿੱਚੋਂ ਕੁਛ ਕੁ ਅਸੀਂ ਮਾੜੀਆਂ ਚੀਜ਼ਾਂ ਵੀ ਲੈ ਗਏ, ਜਿਨ੍ਹਾਂ ਵਿੱਚੋਂ ਇੱਕ ਹੈ ਗੈਂਗਵਾਰ। ਅਤੇ ਇਹੀ ਗੈਂਗਵਾਰਾਂ ਦਾ ਇੱਕ ਹਿੱਸਾ ਸੀ ਬਿੰਦੀ ਜੌਲ। ਬਿੰਦੀ ਜੌਲ ਜਾਂ ਕਹੀਏ ਭੁਪਿੰਦਰ ਸਿੰਘ ਜੌਲ ਦਾ ਜਨਮ 14 ਜਨਵਰੀ 1971 ਨੂੰ ਪੰਜਾਬ ਵਿੱਚ ਹੋਇਆ। ਜਦੋਂ ਉਹ 4 ਸਾਲਾਂ ਦਾ ਸੀ ਤਾਂ ਉਹਨਾਂ ਦਾ ਪਰਿਵਾਰ ਕੈਨੇਡਾ ਜਾ ਵਸਿਆ। ਉਹਨਾਂ ਦੇ ਪਿਤਾ ਇੱਕ ਮਿਲ ਵਰਕਰ ਅਤੇ ਮਾਤਾ ਜੀ ਇੱਕ ਸੈਕਟਰੀ ਦੀ ਜੌਬ ਕਰਦੇ ਸਨ। ਜੌਲ ਦੇ ਬਚਪਨ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ, ਪਰ ਅਜਿਹਾ ਲੱਗਦਾ ਹੈ ਕਿ ਉਸ ਦਾ ਬਚਪਨ ਬਹੁਤ ਹੀ ਸਧਾਰਨ ਸੀ। 8ਵੀਂ ਕਲਾਸ ਤੱਕ ਉਹ ਬਹੁਤ ਹੀ ਸਾਊ ਸੁਭਾਅ ਦਾ ਬੱਚਾ ਸੀ, ਪਰ 12ਵੀਂ ਕਲਾਸ ਤੱਕ ਆਉਂਦੇ ਹੋਏ ਉਸ ਦੇ ਨੇਚਰ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਆਇਆ। ਉਹ ਲੜਾਈਆਂ ਕਰਨ ਲੱਗ ਪਿਆ। ਇੱਦਾਂ ਹੀ ਇੱਕ ਦਿਨ ਜਦੋਂ ਉਸਨੂੰ ਵਾਈਸ ਪ੍ਰਿੰਸੀਪਲ ਨੇ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਉਸ ਨੂੰ ਇਹ ਲੜਾਈਆਂ ਦਾ ਕਾਰਨ ਪੁੱਛਿਆ ਤਾਂ ਬਿੰਦੀ ਜੌਲ ਨੇ ਆਪਣੇ ਪ੍ਰਿੰਸੀਪਲ ਦੇ ਗਲ ਵਿੱਚ ਇੰਨੀ ਜ਼ੋਰ ਦੀ ਲੱਤ ਮਾਰੀ ਕਿ ਉਸ ਨੂੰ ਐਮਰਜੈਂਸੀ ਹਸਪਤਾਲ ਵਿੱਚ ਲਿਜਾਣਾ ਪਿਆ ਅਤੇ ਫਿਰ ਜੌਲ 'ਤੇ ਹਮਲੇ ਕਰਨ ਦਾ ਦੋਸ਼ ਲਗਾਇਆ ਗਿਆ ਅਤੇ ਉਸ ਨੂੰ 60 ਦਿਨਾਂ ਦੀ ਕੈਦ ਸੁਣਾ ਦਿੱਤੀ ਗਈ। ਅਤੇ ਇਸੇ ਹੀ ਜੇਲ੍ਹ ਵਿੱਚ ਉਸ ਦੇ ਗੈਂਗਸਟਰ ਬਣਨ ਦੀ ਸ਼ੁਰੂਆਤ ਹੁੰਦੀ ਹੈ। ਉਸ ਨੂੰ ਪਹਿਲਾ ਸਹਿਯੋਗੀ ਮਿਲਦਾ ਹੈ ਜਿਸ ਦਾ ਨਾਮ ਸੀ ਫੈਜ਼ਲ ਡੀਨ, ਜੋ ਕਿ ਲੌਸ ਡਾਈਬੋਜ਼ ਸਟਰੀਟ ਨਾਮ ਦੇ ਗੈਂਗ ਦਾ ਮੈਂਬਰ ਸੀ। ਇਹ ਗੈਂਗ ਸੜਕਾਂ ਉੱਤੇ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਸੀ। 1960 ਵਿੱਚ ਜਦੋਂ ਇਹ ਗੈਂਗ ਬਣਿਆ ਸੀ ਤਾਂ ਸਭ ਲੋਕ ਸਪੈਨਿਸ਼ ਮੂਲ ਦੇ ਸਨ, ਪਰ ਜੌਲ ਦੇ ਸ਼ਾਮਲ ਹੋਣ ਤੱਕ ਇਸ ਦੇ ਸਾਰੇ ਮੈਂਬਰ ਏਸ਼ੀਅਨ ਮੂਲ ਦੇ ਸਨ। ਅਤੇ ਇੱਥੇ ਹੀ ਕਹਾਣੀ ਵਿੱਚ ਆਉਂਦੇ ਨੇ ਦੋਸਾਂਝ ਭਰਾ ਰੌਨ ਅਤੇ ਜਿੰਮੀ। ਉਹ ਉਸ ਗੈਂਗ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਅਤੇ ਉਹ ਨਸ਼ਾ ਵੇਚਣਾ ਸਟਾਰਟ ਕਰ ਦਿੰਦੇ ਨੇ। ਨਸ਼ਾ ਵੇਚਣ ਲਈ ਉਹ ਡੀਲਰਾਂ ਦਾ ਇਸਤੇਮਾਲ ਕਰਦੇ ਨੇ। ਉਹਨਾਂ ਡੀਲਰਾਂ ਵਿੱਚ ਜੌਲ ਵੀ ਇੱਕ ਸੀ। ਜਦੋਂ ਇੱਕ ਵਾਰ ਅਦਾਲਤ ਵਿੱਚ ਜੌਲ ਨੂੰ ਉਸ ਦੇ ਅਤੇ ਜਿੰਮੀ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਸੀ ਕਿ ਉਹ ਸਮੇਂ ਦਾ ਇੱਕ ਛੋਟਾ ਜਿਹਾ ਡਰੱਗ ਡੀਲਰ ਸੀ ਅਤੇ ਜਦ ਕਿ ਜਿੰਮੀ ਅਤੇ ਰੌਨ ਵੱਡੇ। ਮੈਂ ਉਹਨਾਂ ਨਾਲ ਜਿੱਥੇ ਵੀ ਗਿਆ ਮੈਨੂੰ ਇੱਜ਼ਤ ਮਿਲੀ ਕਿਉਂਕਿ ਲੋਕ ਉਹਨਾਂ ਤੋਂ ਡਰਦੇ ਸਨ। ਪਰ ਇਹ ਰਿਸ਼ਤਾ 1991 ਵਿੱਚ ਬਦਲ ਗਿਆ ਜਦੋਂ ਜਿੰਮੀ ਦੋਸਾਂਝ ਨੂੰ ਕੋਲੰਬੀਆ ਦੇ ਇੱਕ ਡਰੱਗ ਡੀਲਰ ਦੇ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਜੌਲ ਅਤੇ ਡੀਨ ਫੈਜ਼ਲ ਨਾਮ ਦੇ ਬੰਦੇ ਨੇ ਕੋਕੀਨ ਵੇਚਣੀ ਸ਼ੁਰੂ ਕਰ ਦਿੱਤੀ। ਉਹ ਰੌਨੀ ਦੋਸਾਂਝ ਅਤੇ ਲੌਸ ਡਾਈਬਲੋਸ ਦੇ ਮੁਕਾਬਲੇ ਵਿੱਚ ਇੱਕ ਤੀਜੀ ਧਿਰ ਬਣ ਕੇ ਸੜਕਾਂ 'ਤੇ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਜੌਲ ਜਾਣਦਾ ਸੀ ਰੌਨ ਉਦੋਂ ਤੱਕ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਭਰਾ ਜਿੰਮੀ ਸਲਾਖਾਂ ਪਿੱਛੇ ਹੈ। ਅਤੇ ਉਹਨਾਂ ਦੀ ਇਹ ਚਾਲ ਕਾਮਯਾਬ ਰਹੀ। ਬਹੁਤ ਸਾਰੇ ਹੋਰ ਗੈਂਗ ਦੇ ਮੈਂਬਰ ਵੀ ਉਹਨਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ। ਫਿਰ ਹੌਲੀ ਹੌਲੀ ਵੱਡੀਆਂ ਘਟਨਾਵਾਂ ਸ਼ੁਰੂ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਸੀ ਫੈਜ਼ਲ ਡੀਨ ਵੱਲੋਂ ਪਰਮਿੰਦਰ ਚੰਨਾ ਦਾ ਕਤਲ, ਜਿਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੌਲ ਦਾ ਹੱਥ ਸੀ। ਇਸੇ ਕਰਕੇ ਹੀ ਜੌਲ ਨੇ ਆਪਣੀ ਵੱਧਦੀ ਬਦਨਾਮੀ ਅਤੇ ਮਸ਼ਹੂਰੀ ਦਾ ਵੀ ਆਨੰਦ ਮਾਣਿਆ। ਪੁਲਿਸ ਉਸ ਦਾ ਪਿੱਛਾ ਕਰਦੀ ਰਹਿੰਦੀ। ਹੁਣ ਜੌਲ ਇੱਕ ਬਦਨਾਮ ਗੈਂਗਸਟਰ ਬਣ ਚੁੱਕਿਆ ਸੀ, ਜਿਸ ਦੀ ਉਹ ਕਦੇ ਇੱਛਾ ਰੱਖਦਾ ਸੀ ਜਦੋਂ ਉਹ ਦੋਸਾਂਝ ਭਰਾਵਾਂ ਲਈ ਕੰਮ ਕਰਦਾ ਸੀ। ਅਤੇ ਦੂਸਰੇ ਪਾਸੇ ਜਿੰਮੀ ਦੋਸਾਂਝ ਕਤਲ ਕੇਸ ਵਿੱਚੋਂ ਬਰੀ ਹੋ ਚੁੱਕਿਆ ਸੀ। ਦੋਸਾਂਝ ਨੂੰ ਇਸ ਗੱਲ ਦਾ ਪੱਕਾ ਧੱਕਾ ਲੱਗਿਆ ਕਿ ਉਸ ਦੇ ਥੱਲੇ ਕੰਮ ਕਰਨ ਵਾਲਾ ਬੰਦਾ ਅੱਜ ਖੁਦ ਦਾ ਕਾਰੋਬਾਰ ਚਲਾ ਰਿਹਾ ਅਤੇ ਦੋਸਾਂਝ ਵੀ ਆਪਣੇ ਪੁਰਾਣੇ ਕਾਰੋਬਾਰ ਵਿੱਚ ਵਾਪਸ ਆਉਣਾ ਚਾਹੁੰਦਾ ਸੀ। ਇਸ ਲਈ ਉਸਨੇ ਬਿੰਦੀ ਜੌਲ ਦੀ ਸਪਾਰੀ ਚੱਕ ਲਈ ਅਤੇ ਇੱਥੋਂ ਹੀ ਉਹਨਾਂ ਦੀ ਮੀਡੀਆ 'ਤੇ ਲੜਾਈ ਹੋਣੀ ਸ਼ੁਰੂ ਹੋ ਗਈ। ਇਸ ਤੋਂ ਕੁਝ ਸਮਾਂ ਬਾਅਦ ਇੱਕ ਦਿਨ ਜਿੰਮੀ ਦੋਸਾਂਝ ਫਰੈਜ਼ਰ ਨਾਮ ਦੀ ਗਲੀ 'ਤੇ ਪਹੁੰਚਿਆ ਅਤੇ ਇੱਕ ਕਾਰ ਵਿੱਚੋਂ ਕੁਝ ਲੋਕਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿੰਮੀ ਦੀ ਉਸੇ ਥਾਂ 'ਤੇ ਹੀ ਮੌਤ ਹੋ ਗਈ। ਸਾਰੀ ਜਨਤਾ ਨੂੰ ਯਕੀਨ ਸੀ ਕਿ ਜਿੰਮੀ ਦੋਸਾਂਝ ਦਾ ਕਤਲ ਬਿੰਦੀ ਜੌਲ ਨੇ ਹੀ ਕੀਤਾ ਹੈ ਅਤੇ ਇਸ ਦੇ ਵਿਚਾਰ ਵਟਾਂਦਰੇ ਲਈ ਇੱਕ ਟੀਵੀ ਦੇ ਐਂਕਰ ਨੇ ਜੌਲ ਨੂੰ ਇੰਟਰਵਿਊ ਲਈ ਸੱਦਿਆ, ਜਿੱਥੇ ਉਸਨੇ ਕਿਹਾ, You received any threats? Are you in any fear for your life? Yes, that's the main reason I came here. ਇਸ ਤੋਂ ਬਾਅਦ ਦੋਨੇ ਗੈਂਗਾਂ ਵਿੱਚ ਬਦਲੇ ਦੀ ਭਾਵਨਾ ਹੋਰ ਵੱਧ ਗਈ ਅਤੇ ਉਹਨਾਂ ਨੇ ਇੱਕ ਦੂਜੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। If you want to talk about nobody, if anybody's a nobody buddy,
Maybe that's why your life is worth a loony on the streets today. I wouldn't shoot you in the back, but I'd do it right face to face, square in the forehead. ਫਿਰ ਇਸ ਤੋਂ ਕੁਝ ਦਿਨਾਂ ਬਾਅਦ ਰੌਣ ਦਸਾਂਝ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਸਮੇਂ ਹਿੰਸਾ ਆਪਣੇ ਸਿਖਰ ਤੇ ਪਹੁੰਚ ਚੁੱਕੀ ਸੀ। ਉੱਧਰ ਕੁਝ CBC ਚੈਨਲ ਦੇ ਪੱਤਰਕਾਰਾਂ ਨੂੰ ਬਿੰਦੀ ਨੂੰ ਲੱਭਣ ਵਿੱਚ ਸਫਲ ਰਹੀ ਤੇ ਉਹਨਾਂ ਨੇ ਕੀ ਪੁੱਛਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਜੌਲ ਨੇ ਕੈਮਰੇ ਵੱਲ ਦੇਖਿਆ ਤੇ ਕਿਹਾ, Just want these guys to know you got another thing coming, bitch. I'm still around. He wasn't around long. Bindi Joe Hall. ਇਹ ਸਭ ਕੁਝ ਹੋ ਜਾਣ ਤੋਂ ਬਾਅਦ ਆਖਿਰਕਾਰ ਕੁਝ ਸਮੇਂ ਬਾਅਦ ਬਿੰਦੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਉੱਤੇ ਜਿੰਮੀ ਤੇ ਰੌਣੀ ਦਸਾਂਝ ਦੇ ਕਤਲ ਦੇ ਦੋਸ਼ ਲਾਏ ਜਾਂਦੇ ਹਨ। ਜਦੋਂ ਜੌਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਜੱਜ ਸੁਰੱਖਿਆ ਦਾ ਹਵਾਲਾ ਦੇ ਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਇਹ ਕੇਸ ਉਸ ਸਮੇਂ ਕੈਨੇਡਾ ਦਾ ਸਭ ਤੋਂ ਲੰਬਾ ਤੇ ਸਭ ਤੋਂ ਮਹਿੰਗਾ ਕੇਸ ਸੀ। 1995 ਵਿੱਚ ਮੁਕੱਦਮਾ ਖਤਮ ਹੋਣ ਦੇ ਨਾਲ ਜੌਲ 2 ਸਾਲਾਂ ਬਾਅਦ ਫਿਰ ਪਹਿਲੀ ਵਾਰ ਸੜਕਾਂ ਤੇ ਆਉਂਦਾ ਹੈ। ਉਹ ਪਹਿਲਾਂ ਦੀ ਤਰ੍ਹਾਂ ਕਲੱਬਾਂ ਵਿੱਚ ਜਾਂਦਾ ਹੈ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੰਦਾ ਹੈ। 1996 ਦੇ ਸ਼ੁਰੂ ਵਿੱਚ ਬਿੰਦੀ ਇੱਕ ਸਹਿਯੋਗੀ ਰੈਡੀ ਚੈਨ ਨਾਮ ਦੇ ਬੰਦੇ ਤੋਂ 2 ਕਿਲੋਗ੍ਰਾਮ ਕੋਕੀਨ ਖਰੀਦਦਾ ਹੈ, ਪਰ ਉਸ ਕੋਕੀਨ ਵਿੱਚ ਕੁਝ ਹੋਰ ਪਦਾਰਥ ਮਿਲੇ ਸਨ ਜਿਸ ਕਰਕੇ ਜੌਲ ਨੂੰ ਇਹ ਅਪਮਾਨ ਲੱਗਦਾ ਹੈ ਤੇ ਉਹ ਰੈਡੀ ਨਾਮ ਦੇ ਬੰਦੇ ਨੂੰ ਕਿਡਨੈਪ ਕਰ ਲੈਂਦਾ ਹੈ। ਜਦੋਂ ਕਿ ਉਹ ਇੱਕ ਗੈਂਗ ਮੈਂਬਰ ਦਾ ਭਰਾ ਸੀ, ਫਿਰ ਉਹ ਉਸ ਬੰਦੇ ਨੂੰ 5 ਕਿਲੋ ਕੋਕੀਨ ਦੇ ਬਦਲੇ ਰਿਹਾ ਕਰ ਦਿੰਦਾ ਹੈ ਤੇ ਇੱਦਾਂ ਹੀ ਬਿੰਦੀ ਜੌਲ ਦਾ ਦੌਰ ਚੱਲਦਾ ਰਹਿੰਦਾ ਹੈ ਤੇ ਬਾਅਦ ਵਿੱਚ ਇੱਕ ਜੇਲ੍ਹ ਦੇ ਦੌਰਾਨ ਬਿੰਦੀ ਤੇ ਬੱਲ ਬਟਰ ਨਾਮ ਦੇ ਬੰਦੇ ਦੀ ਦੋਸਤੀ ਹੋ ਜਾਂਦੀ ਹੈ। ਅਗਲੇ 1-2 ਸਾਲਾਂ ਵਿੱਚ ਇਹ ਲੋਕ 25 ਤੋਂ 30 ਬੰਦਿਆਂ ਨੂੰ ਮਾਰ ਦਿੰਦੇ ਹਨ, ਪਰ ਇੱਕ ਨਿੱਕੀ ਜਿਹੀ ਗੱਲ ਤੇ ਜੌਲ ਇੱਕ ਡਰੇਕ ਸ਼ੰਕਰ ਨਾਮ ਦੇ ਬੰਦੇ ਦਾ ਕਤਲ ਕਰ ਦਿੰਦਾ ਹੈ, ਜਿੱਥੋਂ ਬਟਰ ਜੌਲ ਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਉਹ ਫਿਰ ਵੀ ਇਕੱਠੇ ਰਹਿੰਦੇ ਹਨ ਤੇ ਇੱਕ ਰਾਤ ਬੁੱਟਰ ਤੇ ਜੌਲ ਇੱਕ ਸਰੀ ਦੇ ਕਲੱਬ ਵੱਲ ਜਾ ਰਹੇ ਹੁੰਦੇ ਹਨ ਤੇ ਰਸਤੇ ਵਿੱਚ ਉਹਨਾਂ ਨੂੰ ਪੁਲਿਸ ਰੋਕਦੀ ਹੈ ਤਾਂ ਜੌਲ ਘਬਰਾਉਣ ਲੱਗਦਾ ਹੈ ਤੇ ਇੱਕ ਬੰਦੂਕ ਬੁੱਟਰ ਵੱਲ ਨੂੰ ਕਰ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਪੁਲਿਸ ਨੂੰ ਬੋਲੇ ਕਿ ਬੰਦੂਕ ਉਸ ਦੀ ਹੈ। ਇਹ ਗੱਲ ਬੁੱਟਰ ਨੂੰ ਬੜੀ ਅਜੀਬ ਲੱਗਦੀ ਹੈ ਕਿਉਂਕਿ ਜੌਲ ਹਮੇਸ਼ਾ ਹਥਿਆਰ ਰੱਖਣ ਨੂੰ ਲੈ ਕੇ ਸਾਵਧਾਨ ਰਹਿੰਦਾ ਸੀ। ਉਹ ਉਦੋਂ ਤੱਕ ਹਥਿਆਰਾਂ ਨੂੰ ਨਹੀਂ ਚੁੱਕਦਾ ਸੀ ਜਦੋਂ ਤੱਕ ਉਹਨਾਂ ਦੀ ਵਰਤੋਂ ਨਾ ਕਰਨੀ ਹੋਵੇ। ਉਸ ਪਲ ਬੁੱਟਰ ਨੂੰ ਪਤਾ ਲੱਗਦਾ ਹੈ ਕਿ ਉਹ ਉਸ ਰਾਤ ਉਸ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਟਾਈਮ ਬੁੱਟਰ ਪੁਲਿਸ ਨੂੰ ਕਹਿੰਦਾ ਹੈ ਕਿ ਇਹ ਬੰਦੂਕ ਮੇਰੀ ਹੈ ਤੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ। ਸ਼ਾਇਦ ਬੁੱਟਰ ਨੇ ਇਹ ਜਾਣਬੁੱਝ ਕੇ ਕੀਤਾ ਸੀ ਕਿਉਂਕਿ ਇਸ ਕਰਕੇ ਉਸ ਦੀ ਜਾਨ ਬਚ ਗਈ। ਇਹ ਸਭ ਕੁਝ ਚੱਲਦਾ ਰਹਿੰਦਾ ਹੈ ਤੇ ਇਸ ਤੋਂ ਕੁਝ ਸਮਾਂ ਬਾਅਦ 20 ਦਸੰਬਰ 19:01 ਤੇ ਵੈਨਕੂਵਰ ਦੇ ਪੈਲੀਡੇਮਾ ਨਾਈਟ ਕਲੱਬ ਦੇ ਵਿੱਚ ਬਿੰਦੀ ਦੇ ਸੱਜੇ ਕੰਨ ਦੇ ਪਿੱਛੇ ਕਿਸੇ ਬੰਦੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ। ਉਸ ਸਮੇਂ ਕਲੱਬ ਵਿੱਚ 300 ਤੋਂ ਵੱਧ ਲੋਕ ਮੌਜੂਦ ਸਨ, ਪਰ ਫਿਰ ਵੀ ਕੋਈ ਗਵਾਹ ਬਣ ਕੇ ਅੱਗੇ ਨਹੀਂ ਆਇਆ। ਮੌਤ ਸਮੇਂ ਬਿੰਦੀ ਦੀ ਉਮਰ 27 ਸਾਲ ਸੀ। ਕਹਿੰਦੇ ਨੇ ਕਿ ਸਿਰਫ ਇੱਕ ਮਾਪਦੰਡ ਸੀ ਬਿੰਦੀ ਜੌਲ ਦੁਆਰਾ ਵੈਨਕੂਵਰ ਦੇ ਇਤਿਹਾਸ ਵਿੱਚ ਜਿਹੜਾ ਕਿ ਉਹਨੂੰ ਸਫਲ ਗੈਂਗਸਟਰ ਬਣਾ ਸਕਿਆ, ਉਹ ਸੀ ਉਹਦੀ ਬਦਨਾਮੀ ਤੇ ਉਹਦੇ ਮੀਡੀਆ ਨਾਲ ਅਜੀਬ ਰਿਸ਼ਤੇ। ਇੱਕ ਵਾਰੀ ਉਹ ਏਅਰਪੋਰਟ ਤੇ ਜਾ ਰਿਹਾ ਸੀ ਤਾਂ ਕਿਸੇ ਮੀਡੀਆ ਵਾਲੇ ਨੇ ਉਸ ਤੋਂ ਪੁੱਛਿਆ ਕਿ ਉਸ ਨੂੰ ਇੰਡੀਆ ਵਿੱਚ ਕੋਈ ਖਤਰਾ ਨਹੀਂ, ਤਾਂ ਉਹਨੇ ਮੀਡੀਆ ਵਾਲੇ ਨੂੰ ਇਹ ਜਵਾਬ ਦਿੱਤਾ, Are you worried about your safety in India? I never worry about my safety. My safety is no problem. And what about the shootings last night? Just move the camera, or you might have to worry about your safety. Hey, get that thing out of your face or I'll rip it right off your head. I don't give a okay? Get the thing away. ਤੇ ਅਖੀਰ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਿੰਦੀ ਜੌਲ ਗੋਰਿਆਂ ਦੀ ਹੀਨ ਭਾਵਨਾ ਦਾ ਸ਼ਿਕਾਰ ਸੀ, ਜਿਸ ਕਰਕੇ ਉਹ ਗੈਂਗਸਟਰ ਬਣ ਗਿਆ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਰੱਖਣਾ ਤੇ ਥੈਂਕਸ ਫॉर ਵਾਚਿੰਗ। Like, subscribe, share my channel for more video. Thank you.